जी ਅੱਜ ਆਪਾਂ ਕੀ ਪੜਨਾ ਹੈ ਅੱਜ ਆਪਾਂ ਛੋਟੇ ਗ੍ਰਹਿਾਂ ਦੇ ਬਾਰੇ ਚ ਜਾਣਾਂਗੇ ਕਿਹੜਾ ਆਪਾਂ ਕੀ ਪੜ ਰਹੇ ਹਾਂ 6ਵੀਂ ਜਮਾਤ ਦੀ ਭੂਗੋਲ ਵਿਸ਼ਾ ਤਾਂ ਭੂਗੋਲ ਵਿਸ਼ੇ ਦੇ ਵਿੱਚ ਅਸੀਂ ਪਾਠ ਪਹਿਲਾ ਪੜ ਰਹੇ ਸੀ ਪ੍ਰਿਥਵੀ ਸੂਰਜ ਪਰਿਵਾਰ ਦਾ ਇੱਕ ਅੰਗ ਠੀਕ ਹੈ ਜੀ ਤਾਂ ਅਸੀਂ ਇਹਦੇ ਵਿੱਚ ਹੁਣ ਕੀ ਪੜਨਾ ਹੈ ਛੋਟੇ ਗ੍ਰਹਿਾਂ ਬਾਰੇ ਵੱਡੇ ਗ੍ਰਹਿ ਸਾਡੇ ਕੋਲ ਕਿੰਨੇ ਸੀਗੇ 8 ਹੁਣ ਇਸ ਤੋਂ ਇਲਾਵਾ ਸਾਡੇ ਬ੍ਰਹਿਮੰਡ ਦੇ ਵਿੱਚ ਕੁਝ ਛੋਟੇ ਛੋਟੇ ਵੀ ਗ੍ਰਹਿ ਹਨ इन्हें छोटे छोटे ग्रहां नूं ही की बोलते ने एस्ट्रॉयड ठीक है इंग्लिश दे विच की बोलते ने एस्ट्रॉयड पर असल च इन्हां नूं की बोलते ने पंजाबी दे विच छोटे ग्रह की बोलिया जांदा है इन्हां नूं छोटे ग्रह बोलिया जांदा है ठीक है जी ठीक है ਤਾਂ ਹੁਣ ਸਾਨੂੰ ਪਤਾ ਹੈ ਵੀ ਆ ਸਾਡਾ ਸਾਰਾ ਕੀ ਹੈ ਦੇਖੋ ਬੱਚੇ ਸੋਲਰ ਸਿਸਟਮ ਜਿਹਦੇ ਵਿੱਚ ਸਾਡੇ ਕੋਲ ਕੀ ਹੈ ਸੋਲਰ ਸਿਸਟਮ मतलब ਕੀ ਹੈ ਸਾਡਾ ਸੌਰ ਮੰਡਲ ਜਾਂ ਫਿਰ ਸੂਰਜੀ ਪਰਿਵਾਰ ਕੀ ਕਿਹਾ ਜਾਂਦਾ ਹੈ ਸੌਰ ਮੰਡਲ ਜਾਂ ਫਿਰ ਸੂਰਜੀ ਪਰਿਵਾਰ ਅਸੀਂ ਪੜਿਆ ਸੀ ਵੀ ਜਿਹੜਾ ਸਾਡਾ ਸੂਰਜ ਦਾ ਪਰਿਵਾਰ ਹੈ ਉਹਦੇ ਵਿੱਚ ਕੀ ਹੈ ਇੱਕ ਸੂਰਜ ਤੇ ਸੂਰਜ ਦੇ ਨਾਲ ਹੋਰ ਕੀ ਹੁੰਦਾ ਹੈ ਸਾਡੇ ਕੋਲ 8 ग्रह ने केड़े केड़े बुध शुक्र पृथ्वी मंगल बृहस्पति शनि शनि अरुण वरुण ठीक है केड़े केड़े ने साडे कोल ग्रह क्या हो गया नू ठीक है जी तो साडे कोल आ की है साडा सूरज ठीक है तो सूरज के परिवार दे विच किन्ने केड़े केड़े मैंबर ने एक तो सूरज हैड खुद उस तो इलावा साडे कोल की ने इहदे च 8 ग्रह ने केड़े केड़े पहला है बुध दूसरा है शुक्र तीसरा साडा पृथ्वी अर्थ चौथा मंगल मार्स ते पंजवां बृहस्पति जुपिटर छेवां सैटर्न शनि सतवां यूरेनस अरुण ते अठवां नेपच्यून यानी के वरुण ठीक है ये साडा सोलर सिस्टम है सोलर सिस्टम यानी कि सौर मंडल ते होर असीं की कह सकते हैं सौर मंडल नूं सूरज सूरजी परिवार ठीक है जी तो सूरजी परिवार है साडा सारा सूरजी परिवार दे विच की चीज़ां ने सूरज खुद जिहड़ा कि मुखी है ते उह तों बिना 8 प्लैनेट ने ठीक है जी ते साडा सूरजी परिवार है ਹੁਣ ਇਹਦੇ ਵਿੱਚ ਸਾਡਾ ਜਿਹੜੇ ਸੂਰਜੀ ਪਰਿਵਾਰ ਹੈ ਗ੍ਰਹਿਾਂ ਤੋਂ ਬਿਨਾ ਕੁਝ ਹੋਰ ਵੀ ਛੋਟੇ ਛੋਟੇ ਗ੍ਰਹਿ ਹਨ ਤਾਂ ਉਹ ਛੋਟੇ ਛੋਟੇ ਜਿਹੜੇ ਗ੍ਰਹਿ ਨੇ ਸਾਡੇ ਉਹ ਕਿੱਥੇ ਮਿਲਦੇ ਨੇ ਸਾਨੂੰ ਜਿਹੜੇ ਸਾਡੇ ਛੋਟੇ ਛੋਟੇ ਗ੍ਰਹਿ ਨੇ ਠੀਕ ਹੈ ਤਾਂ ਆ ਜਿਹੜੇ ਸਾਡੇ ਪਹਿਲੇ 4 ਗ੍ਰਹਿ ਨੇ ਸਾਡੇ ਆ ਜਿਹੜੇ ਪਹਿਲੇ 4 ਗ੍ਰਹਿ ਨੇ ਇਹਨਾਂ 4 ਗ੍ਰਹਿਾਂ ਨੂੰ ਟੱਪਣ ਤੋਂ ਬਾਅਦ ਇਹ ਜਿਹੜੇ ਸਾਡੇ 4 ਗ੍ਰਹਿ ਨੇ ਇਹਨਾਂ 4 ਗ੍ਰਹਿਾਂ ਤੋਂ ਬਾਅਦ ਸਾਡੇ ਕੋਲ ਇੱਕ ਪੇਟੀ ਆਉਂਦੀ ਹੈ ਠੀਕ ਹੈ ਆ ਇੱਕ ਕੀ ਹੈ ਸਾਡੇ ਕੋਲ ਬੈਲਟ ਹੈ ਇਸ ਬੈਲਟ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਕੀ ਹੋ ਰਿਹਾ ਇਹਨੂੰ ਆ ਜਿਹੜੀ ਸਾਡੀ ਬੈਲਟ ਹੈ ਇਸ ਬੈਲਟ ਦੇ ਵਿੱਚ ਕੀ ਹੈ ਸਾਨੂੰ ਛੋਟੇ 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 ਦਿਖ ਰਿਹਾ ਹੈ ਤਾਂ ਛੋਟੇ 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 ਕੀ ਨੇ ਸਾਡੇ ग्रह ने ठीक है इन्हां नूं ही की बोलिया जांदा है छोटे ग्रह इस बेल्ट दे विच जिन्नियां भी सानू आह मिलदे ने उन्हां नूं असीं की कहने आ छोटे ग्रह और इंग्लिश दे विच इन्हां नूं की कहा जांदा है एस्ट्रॉयड ठीक है जी एस्ट्रॉयड ठीक है तो ये एस्ट्रॉयड दी बहुत ही ज़्यादा गिनती दे विच सानू ये देखण नूं मिलदे ने तो जिस पट्टी दे विच देखण नूं मिलदे ने इहनूं असीं की बोलदे आ एस्ट्रॉयड बेल्ट ठीक है जी तो एस्ट्रॉयड बेल्ट दे विच सानू की देखण नूं मिलदा है एस्ट्रॉयड यानी कि छोटे ग्रह तो समझ आ गया छोटे ग्रह की ने छोटे ग्रह भी की ने जिद्दां ब्रह्मांड दे विच पूरे ब्रह्मांड दे विच की ने साडे सोलर सिस्टम दे विच साडे कोल की है कुछ ग्रह ने उसे तरह इन्हां ग्रहां तो यह काफ़ी छोटे साइज दे हुंदे ने तो यह ग्रहां दी तरह ही हुंदे ने पर साइज दे विच की ने बहुत छोटे हुंदे ने इस करके असीं इन्हां नूं की कहने आ छोटे ग्रह कहने आ ठीक है हुण ये जिहड़े छोटे ग्रह ने ये भी किहदा चक्कर लगांदे ने सूरज दा ही चक्कर लगाउंदे हन ठीक है तो जदों ये सूरज दा चक्कर लगा रहे हुंदे ने ਤਾਂ ਸੂਰਜ ਇਹਨਾਂ ਨੂੰ ਕੀ ਆਪਣੀ ਗੁਰਤਾ ਸ਼ਕਤੀ ਦੇ ਕਾਰਨ ਆਪਣੇ ਵੱਲ ਨੂੰ
ਖਿੱਚਦਾ ਏ, ਠੀਕ ਹੈ। ਸੂਰਜ ਸਾਰਿਆਂ ਨੂੰ ਗੁਰਤਾ ਸ਼ਕਤੀ ਦੇ ਕਾਰਨ ਖਿੱਚ ਰਿਹਾ ਨਾ, ਤਾਂ ਹੀ ਤਾਂ ਇਹਦਾ ਚੱਕਰ ਲਗਾ ਰਹੇ ਨੇ। ਤਾਂ ਛੋਟੇ ਗ੍ਰਹਿ ਵੀ ਕਿਹਦਾ ਚੱਕਰ ਲਗਾ ਰਹੇ ਨੇ? ਸੂਰਜ ਦਾ, ਠੀਕ ਹੈ ਜੀ। ਤਾਂ ਜਦੋਂ ਸੂਰਜ ਦਾ ਚੱਕਰ ਲਗਾ ਰਹੇ ਨੇ, ਕਦੇ ਇਹ ਇਹਨਾਂ ਦੇ ਨੇੜੇ ਤੇ ਕਦੇ ਦੂਰ ਹੋ ਜਾਂਦੇ ਨੇ। ਜਦੋਂ ਨੇੜੇ ਹੁੰਦੇ ਨੇ ਤਾਂ ਸੂਰਜ ਇਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਪੂਰੀ ਹੋਰ ਕੋਸ਼ਿਸ਼ ਕਰਦਾ ਹੈ। ਤਾਂ ਕਈ ਵਾਰ ਇਹ ਕੀ ਨੇ, ਇੱਥੋਂ ਉਖੜ ਕੇ ਨੀਚੇ ਗ੍ਰਹਿਾਂ ਵੱਲ ਨੂੰ ਚੱਲ ਪੈਂਦੇ ਨੇ, ਠੀਕ ਹੈ। ਤਾਂ ਜਦੋਂ ਇਹ ਇੱਥੋਂ ਚੱਲ ਕੇ ਆ ਸਾਡੀ ਧਰਤੀ ਹੈ, ਧਰਤੀ ਵੱਲ ਨੂੰ ਆਉਂਦੇ ਨੇ। ਤਾਂ ਧਰਤੀ ਦੇ ਆਲੇ ਦੁਆਲੇ ਕੀ ਹੈ ਸਾਡਾ? ਵਾਯੂਮੰਡਲ। ਕੀ ਹੈ ਧਰਤੀ ਦੇ ਆਲੇ ਦੁਆਲੇ ਸਾਡਾ? ਵਾਯੂਮੰਡਲ। ਮੈਂ ਦੱਸਿਆ ਸੀ ਨਾ, ਧਰਤੀ ਦੇ ਆਲੇ ਦੁਆਲੇ ਕੀ ਹੈ? ਗੈਸਾਂ ਦਾ ਗਿਲਾਫ, ਠੀਕ ਹੈ। ਗੈਸਾਂ ਦਾ ਕੀ ਹੈ? ਗਿਲਾਫ। ਇਸੇ ਨੂੰ ਹੀ ਅਸੀਂ ਕੀ ਬੋਲਦੇ ਹਾਂ? ਵਾਯੂਮੰਡਲ, ਠੀਕ ਹੈ ਜੀ। ਤਾਂ ਧਰਤੀ ਦੇ ਆਲੇ ਦੁਆਲੇ ਕੀ ਹੈ? ਬਹੁਤ ਸਾਰੀਆਂ ਗੈਸਾਂ ਦਾ ਗਿਲਾਫ ਹੈ, ਯਾਨੀ ਕਿ ਕੀ ਹੈ? ਵਾਯੂਮੰਡਲ ਹੈ। ਤਾਂ ਵਾਯੂਮੰਡਲ ਦੇ ਵਿੱਚ ਬਹੁਤ ਸਾਰੀਆਂ ਗੈਸਾਂ ਨੇ, ਤਾਂ ਇਹ ਗੈਸਾਂ ਦੇ ਨਾਲ ਰਗੜ ਕੇ ਕੀ ਹੋ ਜਾਂਦੇ ਨੇ? ਜਲ ਜਾਂਦੇ ਨੇ। ਤਾਂ ਜਦੋਂ ਛੋਟੇ ਗ੍ਰਹਿ ਧਰਤੀ ਵੱਲ ਨੂੰ ਸੂਰਜ ਦੀ ਗੁਰਤਾ ਖਿੱਚ ਦੇ ਕਾਰਨ ਧਰਤੀ ਵੱਲ ਨੂੰ ਚੱਲੇ ਆਉਂਦੇ ਨੇ, ਤਾਂ ਇਹ ਕੀ ਹੁੰਦੇ ਨੇ? ਵਾਯੂਮੰਡਲ ਇਹਨਾਂ ਨੂੰ ਜਲਾ ਦਿੰਦਾ ਹੈ। ਤਾਂ ਜਲਾਉਣ ਦੇ ਕਾਰਨ ਇਹਨਾਂ ਦੇ ਵਿੱਚ ਕੀ ਹੈ? ਇੱਕ ਚਮਕ ਪੈਦਾ ਹੁੰਦੀ ਹੈ। ਉਹੀ ਚਮਕ ਸਾਨੂੰ ਦਿਖਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਟੁੱਟਦਾ ਹੋਇਆ ਤਾਰਾ। ਤਾਂ ਹੁਣ ਸਮਝ ਆਇਆ ਵੀ ਉਹ ਤਾਂ ਇੱਕ ਤਾਰਾ ਨਹੀਂ ਹੈ। ਕੀ ਹੈ ਉਹ? ਛੋਟਾ ਗ੍ਰਹਿ ਹੈ। ਤਾਂ ਸਮਝ ਆ ਗਿਆ। ਤਾਂ ਜੇ ਅੱਜ ਤੋਂ ਬਾਅਦ ਤੁਹਾਨੂੰ ਕੋਈ ਕਹੇ ਕਿ ਟੁੱਟਦਾ ਹੋਇਆ ਤਾਰਾ ਦੇਖਿਆ, ਤਾਂ ਤੁਸੀਂ ਕੀ ਸਮਝੋਗੇ? ਤੁਸੀਂ ਝਟਪਟ ਸਮਝੋਗੇ ਕਿ ਇਹਨੇ ਜਿਓਗ੍ਰਾਫੀ ਭੂਗੋਲ ਨਹੀਂ ਪੜ੍ਹੀ, ਠੀਕ ਹੈ। ਕਿਉਂ? ਕਿਉਂਕਿ ਉਹ ਇੱਕ ਤਾਰਾ ਨਹੀਂ ਹੈ। ਕੀ ਹੈ ਉਹ? ਛੋਟਾ ਗ੍ਰਹਿ। ਹੁਣ ਜਦੋਂ ਇਹ ਛੋਟੇ ਗ੍ਰਹਿ ਸਾਡੇ ਵਾਯੂਮੰਡਲ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ, ਤੇ ਉਹ ਇਹਨਾਂ ਨੂੰ ਜਲਾ ਦਿੰਦਾ ਹੈ, ਜਿਹਨੂੰ ਅਸੀਂ ਟੁੱਟਦਾ ਹੋਇਆ ਤਾਰਾ ਕਹਿੰਦੇ ਆ। ਪਰ ਕੀ ਉਹ ਅਸਲ ਦੇ ਵਿੱਚ ਤਾਰਾ ਹੈ? ਨਹੀਂ। ਉਹ ਕੀ ਹੈ? ਜਦੋਂ ਉਹ ਜਲ ਜਾਂਦਾ ਹੈ ਤਾਂ ਉਸੇ ਦਾ ਨਾਮ ਅਸੀਂ ਰੱਖਦੇ ਹਾਂ ਉਲਕਾ, ਠੀਕ ਹੈ। ਕੀ ਰੱਖਦੇ ਹਾਂ ਉਹਦਾ ਨਾਮ ਅਸੀਂ? ਉਲਕਾ। ਕਲੀਅਰ ਹੈ? ਤਾਂ ਉਲਕਾ ਸਮਝ ਆ ਗਿਆ ਕੀ ਹੈ? ਜਦੋਂ ਤਾਂ ਛੋਟੇ ਗ੍ਰਹਿ ਆਪਣੀ ਪੱਟੀ ਦੇ ਵਿੱਚ ਹੀ ਮੰਡਰਾਉਂਦੇ ਨੇ, ਉਦੋਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਛੋਟੇ ਗ੍ਰਹਿ, ਠੀਕ ਹੈ। ਜਦੋਂ ਇਹ ਛੋਟੇ ਛੋਟੇ ਟੁਕੜੇ ਨੇ ਜਿਹੜੇ ਆਪਣੀ ਪੱਟੀ ਦੇ ਵਿੱਚ ਘੁੰਮਦੇ ਰਹਿੰਦੇ ਨੇ, ਉਦੋਂ ਇਹਨਾਂ ਨੂੰ ਕੀ ਕਹਿੰਦੇ ਨੇ? ਛੋਟੇ ਗ੍ਰਹਿ। ਹੁਣ ਜਦੋਂ ਛੋਟੇ ਗ੍ਰਹਿ ਸੂਰਜ ਦੀ ਗੁਰਤਾ ਖਿੱਚ ਦੇ ਕਾਰਨ ਧਰਤੀ ਵੱਲ ਨੂੰ ਚੱਲੇ ਆਉਂਦੇ ਨੇ, ਤਾਂ ਧਰਤੀ ਦਾ ਵਾਯੂਮੰਡਲ ਇਹਨਾਂ ਨੂੰ ਕੀ ਕਰਦਾ ਹੈ? ਜਲਾ ਕੇ ਨਸ਼ਟ ਕਰ ਦਿੰਦਾ ਹੈ। ਤਾਂ ਜਦੋਂ ਇਹ ਨਸ਼ਟ ਹੋ ਜਾਂਦੇ ਨੇ ਤਾਂ ਸਾਨੂੰ ਇੱਕ ਕੀ ਹੈ? ਚਮਕ ਦਿਖਾਈ ਦਿੰਦੀ ਹੈ, ਤੇ ਉਸੇ ਨੂੰ ਹੀ ਅਸੀਂ ਕੀ ਬੋਲਦੇ ਹਾਂ? ਉਲਕਾ, ਠੀਕ ਹੈ ਜੀ। ਜਿਓਗ੍ਰਾਫੀ ਭੂਗੋਲ ਦੇ ਵਿੱਚ ਉਹਨੂੰ ਕੀ ਕਿਹਾ ਜਾਂਦਾ? ਉਲਕਾ। ਪਰ ਆਮ ਭਾਸ਼ਾ ਦੇ ਵਿੱਚ ਅਸੀਂ ਕੀ ਕਹਿੰਦੇ ਆ? ਟੁੱਟਦਾ ਹੋਇਆ ਤਾਰਾ। ਪਰ ਕੀ ਉਹ ਇੱਕ ਤਾਰਾ ਹੈ? ਨਹੀਂ। ਕੀ ਹੈ ਉਹ? ਉਲਕਾ ਹੈ, ਠੀਕ ਹੈ ਜੀ। ਹੁਣ ਹੁੰਦਾ ਕੀ ਹੈ? ਕਈ ਵਾਰ ਤਾਂ ਵਾਯੂਮੰਡਲ ਇਹਨਾਂ ਨੂੰ ਜਲਾ ਦਿੰਦਾ ਹੈ। ਜਲਾਤਾ ਤਾਂ ਉਹ ਕੀ ਬਣ ਗਏ? ਉਲਕਾ ਬਣ ਗਏ, ਠੀਕ ਹੈ। ਤਾਂ ਜਦੋਂ ਉਹ ਉਲਕਾ ਬਣ ਗਏ, ਪਰ ਕਈ ਵਾਰ ਕੀ ਹੁੰਦਾ ਹੈ? ਕੁਝ ਉਲਕਾ ਨੇ ਜਿਹੜੇ ਉਹ ਪੂਰੀ ਤਰ੍ਹਾਂ ਨਸ਼ਟ ਨਹੀਂ ਹੁੰਦੇ, ਤਾਂ ਉਹ ਕੀ ਹੈ? ਧਰਤੀ ਦੀ ਸਤ੍ਹਾ ਤੇ ਆ ਕੇ ਗਿਰ ਜਾਂਦੇ ਨੇ। ਤਾਂ ਜਦੋਂ ਉਹ ਉਲਕਾ ਧਰਤੀ ਦੇ ਉੱਪਰ ਆ ਕੇ ਗਿਰ ਗਏ, ਧਰਤੀ ਦੇ ਉੱਪਰ ਆ ਕੇ ਕੀ ਨੇ? ਗਿਰ ਗਏ। ਹੁਣ ਇਹ ਬਹੁਤ ਹੀ ਕੀ ਨੇ? ਠੋਸ ਹੁੰਦੇ ਨੇ। ਜਦੋਂ ਠੋਸ ਹੁੰਦੇ ਨੇ ਤਾਂ ਜਦੋਂ ਧਰਤੀ ਤੇ ਆ ਕੇ ਗਿਰਦੇ ਨੇ, ਤਾਂ ਇਹ ਧਰਤੀ ਦੇ ਅੰਦਰ ਕੀ ਕਰ ਦਿੰਦੇ ਨੇ? ਇੱਕ ਟੋਆ ਬਣਾ ਦਿੰਦੇ ਨੇ, ਬਹੁਤ ਬੜਾ ਟੋਆ, ਜਿਹਨੂੰ ਅਸੀਂ ਕੀ ਬੋਲਦੇ ਹਾਂ? ਮੋਗਾ। ਕੀ ਬੋਲਦੇ ਹਾਂ? ਮੋਗਾ, ਠੀਕ ਹੈ। ਕੀ ਬਣਾ ਦਿੰਦੇ ਨੇ? ਇਹ ਧਰਤੀ ਦੇ ਵਿੱਚ ਮੋਗਾ ਕਰ ਦਿੰਦੇ ਨੇ, ਠੀਕ ਹੈ। ਤਾਂ ਇਹ ਮੋਗਾ ਜਿਹੜਾ ਹੈ ਬਹੁਤ ਬੜਾ ਹੋ ਜਾਂਦਾ ਹੈ, ਠੀਕ ਹੈ। ਮੋਗਾ ਕੀ ਹੁੰਦਾ? ਬਹੁਤ ਬੜਾ ਰੂਪ ਲੈ ਲੈਂਦਾ ਹੈ, ਠੀਕ ਹੈ ਜੀ। ਤਾਂ ਸਮਝ ਆਇਆ? ਤਾਂ ਜਦੋਂ ਇਹ ਉਲਕਾ ਜਿਹੜੇ ਨੇ ਜਲ ਕੇ ਨਸ਼ਟ ਹੋ ਜਾਂਦੇ ਨੇ, ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਲਕਾ। ਜਦੋਂ ਇਹ ਉਲਕਾ ਕਈ ਵਾਰ ਨਹੀਂ ਨਸ਼ਟ ਹੁੰਦੇ, ਧਰਤੀ ਦੀ ਸਤ੍ਹਾ ਤੇ ਆ ਕੇ ਗਿਰ ਜਾਂਦੇ ਨੇ, ਤਾਂ ਉਦੋਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ? ਉਲਕਾ ਪਿੰਡ। ਕੀ ਕਹਿੰਦੇ ਆ? ਉਲਕਾ ਪਿੰਡ। ਕਲੀਅਰ ਹੈ? ਤਾਂ ਤਿੰਨੋਂ ਚੀਜ਼ਾਂ ਸਾਨੂੰ ਪਤਾ ਚੱਲ ਗਈਆਂ। ਕੀ ਨੇ? ਛੋਟੇ ਗ੍ਰਹਿ, ਉਲਕਾ ਤੇ ਉਲਕਾ ਪਿੰਡ। ਤਿੰਨਾਂ ਚੀਜ਼ਾਂ ਬਾਰੇ ਸਾਨੂੰ ਪਤਾ ਚੱਲ ਗਿਆ ਕਿ ਨਹੀਂ? ਠੀਕ ਹੈ। ਦੇਖੋ ਇੱਕ ਵਾਰ ਫੇਰ ਸਮਝ ਲਓ, ਧਿਆਨ ਨਾਲ ਸਮਝਿਓ ਹੁਣ ਇਹਨੂੰ, ਠੀਕ ਹੈ। ਜਿਹੜੇ ਇਸ ਪੱਟੀ ਦੇ ਵਿੱਚ ਕੀ ਹੈ? ਬ੍ਰਹਿਮੰਡ ਦੇ ਵਿੱਚ ਇਸ ਪੱਟੀ ਦੇ ਵਿੱਚ ਬੜੇ ਗ੍ਰਹਿਾਂ ਦੀ ਤਰ੍ਹਾਂ ਛੋਟੇ ਛੋਟੇ ਵੀ ਟੁਕੜੇ ਨੇ।
ਤਾਂ ਇਹਨਾਂ ਟੁਕੜਿਆਂ ਨੂੰ ਅਸੀਂ ਕੀ ਬੋਲਦੇ ਆ? ਛੋਟੇ ਗ੍ਰਹਿ। ਜਦੋਂ ਇਹ ਛੋਟੇ ਗ੍ਰਹਿ ਆਪਣੀ ਜਗ੍ਹਾ ਤੇ ਇੱਥੇ ਹੀ ਘੁੰਮ ਰਹੇ ਨੇ, ਇਸੇ ਪੱਟੀ ਦੇ ਵਿੱਚ ਘੁੰਮ ਰਹੇ ਨੇ ਇਹ ਟੁਕੜੇ, ਤਾਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ? ਛੋਟੇ ਗ੍ਰਹਿ। ਪਰ ਕਈ ਵਾਰ ਸੂਰਜ ਦੀ ਖਿੱਚ ਦੇ ਕਾਰਨ ਇਹ ਕੀ ਨੇ? ਧਰਤੀ ਵੱਲ ਨੂੰ ਚਲੇ ਆਉਂਦੇ ਨੇ। ਤਾਂ ਜਦੋਂ ਇਹ ਚਲੇ ਆਉਂਦੇ ਨੇ ਤਾਂ ਵਾਯੂਮੰਡਲ ਇਹਨਾਂ ਨੂੰ ਕੀ ਹੈ? ਜਲਾ ਕੇ ਨਸ਼ਟ ਕਰ ਦਿੰਦਾ ਹੈ। ਤਾਂ ਨਸ਼ਟ ਹੋਣ ਦੇ ਨਾਲ ਇਹ ਕੀ ਹੈ? ਸਾਨੂੰ ਚਮਕਦੇ ਹੋਏ ਨਜ਼ਰ ਆਉਂਦੇ ਨੇ। ਤਾਂ ਉਹਨਾਂ ਨੂੰ ਹੀ ਅਸੀਂ ਕੀ ਕਹਿ ਦਿੰਦੇ ਆ? ਉਲਕਾ। ਤੇ ਕਈ ਵਾਰ ਜਦੋਂ ਇਹ ਨਸ਼ਟ ਨਹੀਂ ਹੁੰਦੇ, ਧਰਤੀ ਦੇ ਉੱਪਰ ਹੀ ਆ ਕੇ ਡਿੱਗ ਜਾਂਦੇ ਨੇ, ਤਾਂ ਉਸ ਸਿਚੁਏਸ਼ਨ ਦੇ ਵਿੱਚ ਅਸੀਂ ਇਹਨਾਂ ਨੂੰ ਕੀ ਕਹਿੰਦੇ ਆ? ਉਲਕਾ ਪਿੰਡ। ਠੀਕ ਹੈ ਜੀ। ਤਾਂ ਛੋਟੇ ਗ੍ਰਹਿ, ਉਲਕਾ ਤੇ ਉਲਕਾ ਪਿੰਡ ਦੇ ਵਿਚਕਾਰ ਡਿਫਰੈਂਸ ਪਤਾ ਚੱਲ ਗਿਆ। ਜਦੋਂ ਤਾਂ ਇਹ ਆਪਣੀ ਪੱਟੀ ਦੇ ਵਿੱਚ ਨੇ, ਕੀ ਨੇ ਇਹ? ਛੋਟੇ ਗ੍ਰਹਿ। ਜਦੋਂ ਇਹ ਵਾਯੂਮੰਡਲ ਵਿੱਚ ਆ ਗਏ, ਨਸ਼ਟ ਹੋ ਗਏ, ਕੀ ਹੋ ਗਿਆ? ਉਲਕਾ। ਜਦੋਂ ਇਹ ਨਸ਼ਟ ਨਹੀਂ ਹੋਏ, ਧਰਤੀ ਦੀ ਸਤਹ ਤੇ ਆ ਕੇ ਗਿਰ ਗਏ, ਤਾਂ ਕੀ ਬਣ ਗਏ? ਉਲਕਾ ਪਿੰਡ। ਕਲੀਅਰ ਹੈ? ਚੀਜ਼ ਇੱਕੋ ਹੀ ਹੈ, ਬਸ ਪੋਜੀਸ਼ਨ ਬਦਲ ਗਈ। ਜਦੋਂ ਤਾਂ ਇਹ ਕੀ ਨੇ? ਪੁਲਾੜ ਦੇ ਵਿੱਚ ਹੀ ਨੇ, ਤਾਂ ਇਹ ਕੀ ਨੇ? ਛੋਟੇ ਗ੍ਰਹਿ। ਜਦੋਂ ਇਹ ਪੁਲਾੜ ਤੋਂ ਚੱਲ ਕੇ ਧਰਤੀ ਤੋਂ ਥੋੜਾ ਜਿਹਾ ਉੱਪਰ, ਦੋਨਾਂ ਦੇ ਵਿਚਕਾਰ ਆ ਗਏ ਵਾਯੂਮੰਡਲ ਦੇ ਕੋਲ, ਤਾਂ ਇਹ ਕੀ ਬਣ ਗਏ? ਉਲਕਾ। ਜਦੋਂ ਇਹ ਵਾਯੂਮੰਡਲ ਨੂੰ ਪਾਰ ਕਰਕੇ ਧਰਤੀ ਦੇ ਉੱਪਰ ਹੀ ਗਿਰ ਗਏ, ਤਾਂ ਇਹ ਕੀ ਬਣ ਗਏ? ਉਲਕਾ ਪਿੰਡ। ਠੀਕ ਹੈ ਜੀ। ਪੁਲਾੜ, ਵਾਯੂਮੰਡਲ, ਧਰਤੀ। ਠੀਕ ਹੈ। ਜਦੋਂ ਪੁਲਾੜ ਦੇ ਵਿੱਚ ਨੇ ਤਾਂ ਇਹ ਕੀ ਨੇ? ਛੋਟੇ ਗ੍ਰਹਿ। ਜਦੋਂ ਵਾਯੂਮੰਡਲ ਦੇ ਵਿੱਚ ਦਾਖਲ ਹੋ ਗਏ ਤਾਂ ਇਹ ਕੀ ਬਣ ਗਏ? ਉਲਕਾ। ਜਦੋਂ ਉਹਨੂੰ ਪਾਰ ਕਰਕੇ ਧਰਤੀ ਤੇ ਆ ਗਏ ਤਾਂ ਇਹ ਕੀ ਹੋ ਗਏ? ਉਲਕਾ ਪਿੰਡ। ਠੀਕ ਹੈ ਜੀ। ਹੁਣ ਇਹ ਜਦੋਂ ਉਲਕਾ ਪਿੰਡ ਧਰਤੀ ਤੇ ਗਿਰਦੇ ਨੇ ਤਾਂ ਕੀ ਬਣਾ ਦਿੰਦੇ ਨੇ? ਇੱਕ ਬਹੁਤ ਵੱਡੇ ਵੱਡੇ ਟੋਏ। ਕੀ ਬਣਾਉਂਦੇ ਨੇ? ਟੋਏ, ਜਿਨ੍ਹਾਂ ਨੂੰ ਅਸੀਂ ਕੀ ਬੋਲਦੇ ਆ? ਮੋਗਾ। ਕਹਿੰਦੇ ਨਾ ਮੋਗਾ ਹੋ ਗਿਆ। ਕੀ ਕਹਿ ਦਿੰਦੇ ਅਸੀਂ? ਮੋਗਾ ਹੋ ਗਿਆ, ਯਾਨੀ ਕਿ ਹੋਲ ਹੋ ਗਿਆ। ਠੀਕ ਹੈ। ਤੇ ਸਾਇੰਸ ਭੂਗੋਲ ਦੇ ਵਿੱਚ ਅਸੀਂ ਇਹਨਾਂ ਨੂੰ ਕੀ ਕਹਿੰਦੇ ਆ? ਕ੍ਰੇਟਰ। ਠੀਕ ਹੈ। ਤਾਂ ਜਿਹੜਾ ਖੱਡਾ, ਜਿਹੜਾ ਮੋਗਾ ਜਾਂ ਜਿਹੜਾ ਟੋਆ ਉਲਕਾ ਪਿੰਡ ਦੇ ਗਿਰਨ ਕਰਕੇ ਟੋਆ ਬਣਿਆ ਹੋਵੇ, ਉਸ ਟੋਏ ਨੂੰ ਅਸੀਂ ਕੀ ਕਹਿੰਦੇ ਆ? ਮੋਗਾ ਜਾਂ ਫਿਰ ਕ੍ਰੇਟਰ। ਠੀਕ ਹੈ ਜੀ। ਤਾਂ ਹੁਣ ਇਹ ਕੀ ਹੈ? ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਕੀ ਨੇ? ਕ੍ਰੇਟਰ ਬਣੇ ਨੇ। ਅੱਡ ਅੱਡ ਥਾਵਾਂ ਤੇ ਇਹ ਬਹੁਤ ਵਾਰੀ ਉਲਕਾ ਪਿੰਡ ਆ ਕੇ ਗਿਰਦੇ ਨੇ। ਕਿਹਾ ਜਾਂਦਾ ਹੈ ਕਿ ਜਿਹੜੇ ਡਾਇਨਾਸੌਰ ਨੇ ਉਹ ਵੀ ਉਲਕਾ ਪਿੰਡ ਦੇ ਗਿਰਨ ਨਾਲ ਹੀ ਖਤਮ ਹੋ ਗਏ। ਠੀਕ ਹੈ ਜੀ। ਤਾਂ ਅਮਰੀਕਾ ਦੇ ਵਿੱਚ ਵੀ, ਅਮਰੀਕਾ ਦਾ ਇੱਕ ਮਾਰੂਸਥਲ ਹੈ, ਯਾਨੀ ਕਿ ਰੇਤਲਾ ਇਲਾਕਾ ਹੈ ਜਿੱਥੇ ਕੋਈ ਪੈਦਾਵਾਰ ਵਧੀਆ ਨਹੀਂ ਹੋ ਸਕਦੀ। ਉਸ ਇਲਾਕੇ ਨੂੰ ਅਸੀਂ ਕੀ ਬੋਲਦੇ ਹਾਂ? ਮਾਰੂਸਥਲ। ਐਸਾ ਸਥਲ ਜਿਹੜਾ ਮਰ ਗਿਆ ਹੋਵੇ। ਤਾਂ ਮਾਰੂਸਥਲ ਹੈ ਅਮਰੀਕਾ ਦਾ ਕਿਹੜਾ? ਐਰੀਜ਼ੋਨਾ। ਤਾਂ ਐਰੀਜ਼ੋਨਾ ਦੇ ਵਿੱਚ ਵੀ ਕੀ ਹੈ? ਸਾਨੂੰ ਇੱਕ ਕ੍ਰੇਟਰ ਦੇਖਣ ਨੂੰ ਮਿਲਦਾ ਹੈ। ਕਿੱਥੇ? ਅਮਰੀਕਾ ਦੇ ਵਿੱਚ। ਅਮਰੀਕਾ ਦਾ ਵਿੱਚ ਕਿਹੜਾ ਮਾਰੂਸਥਲ ਹੈ? ਇੱਕ ਮਾਰੂਸਥਲ ਹੈ ਕਿਹੜਾ? ਐਰੀਜ਼ੋਨਾ। ਐਰੀਜ਼ੋਨਾ। ਤਾਂ ਐਰੀਜ਼ੋਨਾ ਮਾਰੂਸਥਲ ਦੇ ਵਿੱਚ ਸਾਨੂੰ ਕੀ ਹੈ? ਇੱਕ ਕ੍ਰੇਟਰ ਦੇਖਣ ਨੂੰ ਮਿਲਦਾ ਹੈ। ਤਾਂ ਹੁਣ ਅਸੀਂ ਉਸ ਕ੍ਰੇਟਰ ਤੋਂ ਕਹਿ ਸਕਦੇ ਹਾਂ ਕਿ ਕਦੇ ਨਾ ਕਦੇ ਐਰੀਜ਼ੋਨਾ ਮਾਰੂਸਥਲ ਦੇ ਵਿੱਚ ਕੀ ਸੀਗਾ? ਉਲਕਾ ਪਿੰਡ ਡਿੱਗਿਆ ਸੀ। ਠੀਕ ਹੈ ਜੀ। ਜੇ ਉਲਕਾ ਪਿੰਡ ਡਿੱਗਿਆ ਸੀ ਤਾਂ ਹੀ ਉੱਥੇ ਕ੍ਰੇਟਰ ਬਣਿਆ ਨਾ। ਠੀਕ ਹੈ। ਤਾਂ ਹੁਣ ਸਮਝ ਆ ਗਿਆ। ਤਾਂ ਉਲਕਾ ਪਿੰਡ ਦੇ ਡਿੱਗਣ ਨਾਲ ਜਿਹੜਾ ਟੋਆ ਬਣਦਾ ਉਹਨੂੰ ਕੀ ਕਹਿੰਦੇ ਨੇ? ਪੰਜਾਬੀ ਦੇ ਵਿੱਚ ਮੋਗਾ ਕਹਿੰਦੇ ਨੇ ਤੇ ਇੰਗਲਿਸ਼ ਦੇ ਵਿੱਚ ਉਹਨੂੰ ਕੀ ਕਹਿੰਦੇ ਨੇ? ਕ੍ਰੇਟਰ। ਭੂਗੋਲ ਦੀ ਭਾਸ਼ਾ ਦੇ ਵਿੱਚ ਕ੍ਰੀਏਟਰ ਕਹਿੰਦੇ ਨੇ। ਕਲੀਅਰ ਹੈ? ਤਾਂ ਇਹ ਜਿਹਾ ਕ੍ਰੀਏਟਰ ਭਾਰਤ ਦੇ ਵਿੱਚ ਕਿੱਥੇ ਹੈ? ਕੀ ਤੁਸੀਂ ਦੱਸ ਸਕਦੇ ਹੋ ਭਾਰਤ ਦੇ ਵਿੱਚ ਵੀ ਕੋਈ ਕ੍ਰੀਏਟਰ ਹੈ? ਠੀਕ ਹੈ। ਤਾਂ ਇਹ ਤੁਸੀਂ ਪਤਾ ਕਰਕੇ ਆਣਾ, ਮੈਨੂੰ ਹੋਮਵਰਕ ਦੇ ਵਿੱਚ ਦੱਸਣਾ। ਕਲੀਅਰ ਹੈ? ਤਾਂ ਇਹ ਗੱਲ ਤੁਹਾਨੂੰ ਸਮਝ ਲੱਗ ਗਈ ਸਾਰੇ ਬੱਚਿਆਂ ਨੂੰ ਕਿ ਛੋਟੇ ਗ੍ਰਹਿ ਕੀ ਨੇ, ਉਲਕਾ ਕੀ ਨੇ ਤੇ ਉਲਕਾ ਪਿੰਡ। ਤਿੰਨੋਂ ਚੀਜ਼ਾਂ ਇੱਕੋ ਹੀ ਨੇ ਲਮਸ਼ਮ, ਬਸ ਫਰਕ ਕੀ ਹੈ? ਉਹਨਾਂ ਦੀ ਜਗ੍ਹਾ ਦਾ ਫਰਕ ਹੈ। ਕਾਹਦਾ ਫਰਕ ਹੈ? ਜਗ੍ਹਾ ਦਾ ਫਰਕ ਹੈ। ਜਦੋਂ ਤਾਂ ਇਹ ਛੋਟੇ ਟੁਕੜੇ ਪੁਲਾੜ ਦੇ ਵਿੱਚ ਨੇ, ਆਪਣੀ ਇੱਕ ਪੱਟੀ ਦੇ ਵਿੱਚ ਸੂਰਜ ਦੇ ਦੁਆਲੇ ਚੱਕਰ ਲਗਾ ਰਹੇ ਨੇ, ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਛੋਟੇ ਗ੍ਰਹਿ, ਯਾਨੀ ਕਿ ਐਸਟਰॉयड। ਕੀ ਕਿਹਾ ਜਾਂਦਾ ਹੈ? ਐਸਟਰॉयड। ਪਰ ਸੂਰਜ ਦੀ ਗੁਰਤਾ ਸ਼ਕਤੀ ਦੇ ਕਾਰਨ ਇਹ ਕੀ ਨੇ? ਹੋਰ ਗ੍ਰਹਿਾਂ ਵੱਲ ਨੂੰ ਖਿੱਚੇ ਚਲੇ ਆਉਂਦੇ ਨੇ। ਤਾਂ ਜਦੋਂ ਇਹ ਧਰਤੀ ਦੇ ਵਾਯੂਮੰਡਲ ਵਿੱਚ ਐਂਟਰ ਕਰਦੇ ਨੇ ਤਾਂ ਵਾਯੂਮੰਡਲ ਇਹਨਾਂ ਨੂੰ ਕੀ ਕਰਦਾ ਹੈ? ਵਾਯੂਮੰਡਲ ਦੇ ਵਿੱਚ ਕੀ ਹੈ? ਗੈਸਾਂ। ਤਾਂ ਗੈਸਾਂ ਦੀ ਰਗੜ ਦੇ ਕਾਰਨ ਇਹ ਕੀ ਹੋ ਜਾਂਦੇ ਨੇ? ਜਲ ਜਾਂਦੇ ਨੇ, ਜਿਹਦੇ ਕਰਕੇ ਸਾਨੂੰ ਇਹ ਚਮਕਦੇ ਹੋਏ ਦਿਖਾਈ ਦਿੰਦੇ ਨੇ, ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਆ? ਉਲਕਾ। ਕੀ ਕਹਾਂਗੇ? ਉਲਕਾ। ਟੁੱਟਦਾ ਹੋਇਆ
ਤਾਰਾ ਨਹੀਂ, ਕੀ ਨੇ ਉਹ ਉਲਕਾ ਨੇ। ਠੀਕ ਹੈ, ਤਾਂ ਜਦੋਂ ਇਹ ਨਹੀਂ ਜਲੇ, ਨਸ਼ਟ ਨਹੀਂ ਹੋਏ, ਇਹ ਡਾਇਰੈਕਟ ਧਰਤੀ ਦੀ ਸਤਹ ਤੇ ਬਚ ਕੇ ਨਿਕਲ ਕੇ ਧਰਤੀ ਦੀ ਸਤਹ ਤੇ ਆ ਕੇ ਗਿਰੇ ਗਏ। ਬੜੇ ਢੀਠ ਹੁੰਦੇ ਨੇ ਨਾ ਕਈ, ਕੁਛ ਲੋਕ ਬੜੇ ਕੀ ਨੇ, ਢੀਠ ਹੁੰਦੇ ਨੇ, ਜਿੰਨਾ ਮਰਜ਼ੀ ਸਮਝਾ ਲਓ ਉਹਨਾਂ ਨੇ ਉੱਥੇ ਆ ਕੇ ਡਿੱਗਣਾ ਹੈ। ਠੀਕ ਹੈ, ਤਾਂ ਇਹ ਵੀ ਕੀ ਨੇ, ਕੁਛ ਉਲਕਾ ਬੜੇ ਢੀਠ ਹੁੰਦੇ ਨੇ, ਮੰਨਦੇ ਨਹੀਂ, ਵਾਯੂਮੰਡਲ ਨੂੰ ਕਹਿੰਦੇ ਚੱਲ ਹਟ ਪਰਾਂ ਹੋ, ਤੂੰ ਕੌਣ ਹੈ। ਠੀਕ ਹੈ, ਅਸੀਂ ਤਾਂ ਧਰਤੀ ਤੇ ਜਾਣਾ ਹੀ ਜਾਣਾ ਹੈ। ਤਾਂ ਜਦੋਂ ਉਹ ਵਾਯੂਮੰਡਲ ਨੂੰ ਪਾਰ ਕਰਕੇ ਜ਼ਬਰਦਸਤੀ ਧਰਤੀ ਦੀ ਸਤਹ ਤੇ ਗਿਰ ਜਾਂਦੇ ਨੇ ਤਾਂ ਉਹਨਾਂ ਨੂੰ ਕੀ ਕਹਿੰਦੇ ਨੇ, ਉਲਕਾ ਪਿੰਡ। ਧਰਤੀ ਤੇ ਕੀ ਗਿਰਿਆ, ਉਲਕਾ ਪਿੰਡ। ਠੀਕ ਹੈ ਜੀ, ਤਾਂ ਉਲਕਾ ਪਿੰਡ ਦੇ ਗਿਰਨ ਨਾਲ ਧਰਤੀ ਦੇ ਵਿੱਚ ਕੀ ਪੈ ਜਾਂਦਾ, ਇੱਕ ਖੱਡਾ ਹੋ ਜਾਂਦਾ, ਟੋਆ ਬਣ ਜਾਂਦਾ। ਠੀਕ ਹੈ, ਤਾਂ ਉਸੇ ਟੋਏ ਨੂੰ ਅਸੀਂ ਕੀ ਕਹਿੰਦੇ ਆ, ਮੋਗਾ ਜਾਂ ਫਿਰ ਕ੍ਰੇਟਰ। ਠੀਕ ਹੈ ਜੀ, ਤਾਂ ਅਮਰੀਕਾ ਦੇ ਵਿੱਚ ਕਿੱਥੇ ਦੇਖਣ ਨੂੰ ਮਿਲਦਾ ਸਾਨੂੰ, ਇੱਕ ਮਾਰੂਸਥਲ ਹੈ। ਕਿਹੜਾ ਮਾਰੂਸਥਲ, ਐਰੀਜ਼ੋਨਾ। ਤਾਂ ਐਰੀਜ਼ੋਨਾ ਮਾਰੂਸਥਲ ਦੇ ਵਿੱਚ ਵੀ ਸਾਨੂੰ ਕੀ ਹੈ, ਕ੍ਰੇਟਰ ਦੇਖਣ ਨੂੰ ਮਿਲਦਾ ਹੈ। ਭਾਰਤ ਦੇ ਵਿੱਚ ਵੀ ਕੀ ਹੈ, ਕ੍ਰੀਏਟਰ ਹੈ। ਕੀ ਕੋਈ ਹੈ ਕ੍ਰੀਏਟਰ, ਜੇ ਕ੍ਰੀਏਟਰ ਹੈ ਤਾਂ ਉਹਦਾ ਨਾਮ ਦੱਸਣਾ ਹੈ। ਠੀਕ ਹੈ, ਚਲੋ ਮੈਂ ਇੰਨਾ ਵੀ ਹਿੰਟ ਦੇ ਦਿੰਦੀ ਹਾਂ, ਉਸ ਕ੍ਰੀਏਟਰ ਦੇ ਵਿੱਚ ਕੀ ਹੈ, ਝੀਲ ਬਣ ਗਈ ਹੁਣ। ਠੀਕ ਹੈ, ਤਾਂ ਉਹ ਝੀਲ ਕਿਹੜੀ ਹੈ ਇਹ ਦੱਸਣਾ ਤੁਸੀਂ। ਕਲੀਅਰ, ਤਾਂ ਹੁਣ ਪਤਾ ਚੱਲ ਗਿਆ, ਛੋਟੇ ਗ੍ਰਹਿ ਉਲਕਾ, ਉਲਕਾ ਪਿੰਡ, ਇਹਨਾਂ ਨੂੰ ਬੋਲਦੇ ਨੇ ਐਸਟਰੋਇਡ, ਇਹਨਾਂ ਨੂੰ ਬੋਲਦੇ ਨੇ ਮੈਟਰੋਇਡ, ਇਹਨਾਂ ਨੂੰ ਬੋਲਦੇ ਨੇ ਮਟਿਓਰ। ਠੀਕ ਹੈ ਜੀ, ਇੰਗਲਿਸ਼ ਦੇ ਵਿੱਚ ਐਸਟਰੋਇਡ, ਮੈਟਰੋਇਡ ਤੇ ਮਟਿਓਰ ਬੋਲਦੇ ਨੇ ਇਹਨਾਂ ਨੂੰ। ਠੀਕ ਹੈ ਜੀ, ਕਲੀਅਰ। ਚਲੋ ਹੋਰ ਕੋਈ ਚੀਜ਼, ਕੋਈ ਡਾਊਟ। ਠੀਕ ਹੈ, ਤਾਂ ਇਹ ਤੋਂ ਐਸਟਰੋਇਡ ਬੈਲਟ ਦੇ ਵਿੱਚ ਮਿਲਦੇ ਨੇ ਐਸਟਰੋਇਡ, ਇਹਨਾਂ ਤੋਂ ਇੱਧਰਲੇ ਪਾਸੇ ਛੋਟੇ 4 ਗ੍ਰਹਿ, ਇਹਨਾਂ ਤੋਂ ਇੱਧਰਲੇ ਵਾਲੇ ਪਾਸੇ ਸਾਡੇ ਸਾਈਜ਼ ਦੇ ਵਿੱਚ ਇਹ ਵੱਡੇ ਵਾਲੇ 4 ਗ੍ਰਹਿ ਨੇ। ਤਾਂ ਇਹ 8 ਗ੍ਰਹਿ ਨੇ ਸਾਡੇ, 8 ਗ੍ਰਹਿਾਂ ਦੇ ਇਹ ਕੀ ਨੇ, ਵਿਚਾਲੇ ਸਾਨੂੰ ਮਿਲਦੇ ਨੇ। ਕਈ ਵਾਰ ਇਹ ਇੰਨੇ ਛੋਟੇ ਹੁੰਦੇ ਨੇ ਕਿ ਇਹ ਧੂੜ ਕਣਾਂ ਤੋਂ ਵੀ ਬਣ ਜਾਂਦੇ ਨੇ। ਠੀਕ ਹੈ ਜੀ, ਇਹ ਵੀ ਕਿਸ ਦਾ ਚੱਕਰ ਲਗਾਉਂਦੇ ਨੇ, ਸੂਰਜ ਦਾ ਹੀ ਚੱਕਰ ਲਗਾਉਂਦੇ ਨੇ। ਠੀਕ ਹੈ, ਕਲੀਅਰ ਹੈ, ਕਿਉਂਕਿ ਸੂਰਜ ਹੀ ਇਹਨਾਂ ਨੂੰ ਆਪਣੀ ਗੁਰਤਾ ਸ਼ਕਤੀ ਦੇ ਕਾਰਨ ਖਿੱਚ ਰਿਹਾ ਹੈ। ਜੋ ਖਿੱਚ ਰਿਹਾ ਹੈ ਉਹੀ ਉਸੇ ਦਾ ਹੀ ਕੀ ਲਗਾਏਗਾ, ਚੱਕਰ ਲਗਾਏਗਾ। ਹੁਣ ਤੁਹਾਨੂੰ ਕੌਣ ਖਿੱਚ ਰਿਹਾ ਹੈ, ਤੁਹਾਡੇ ਪੇਰੈਂਟਸ, ਤੁਹਾਡੇ ਮਾਂ-ਬਾਪ। ਤਾਂ ਤੁਸੀਂ ਵੀ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਕਿਹਦਾ ਚੱਕਰ ਲਗਾਉਂਦੇ ਹੋ, ਮੰਮੀ ਪਾਪਾ ਦਾ, ਹੈ ਨਾ। ਕੋਈ ਚੀਜ਼ ਚਾਹੀਦੀ ਹੈ, ਮੰਮੀ ਪੈਸੇ, ਪਾਪਾ ਮੋਟਰਸਾਈਕਲ, ਕਿਹਦਾ ਚੱਕਰ ਲਗਾ ਰਹੇ ਹੋ, ਮੰਮੀ ਪਾਪਾ ਦਾ। ਕੌਣ, ਕਿਉਂਕਿ ਤੁਹਾਡਾ ਖਰਚਾ ਕੌਣ ਖਿੱਚ ਰਿਹਾ ਹੈ, ਕੌਣ ਚਲਾ ਰਿਹਾ ਹੈ, ਮੰਮੀ ਪਾਪਾ। ਠੀਕ ਹੈ, ਤਾਂ ਜੋ ਜਿਸ ਦਾ ਖਰਚਾ ਚੱਕਦਾ ਹੈ, ਅਫੋਰਡ ਕਰਦਾ ਹੈ, ਤਾਂ ਉਸੇ ਦੇ ਦੁਆਲੇ ਹੀ ਚੱਕਰ ਲਗਾਉਂਦਾ ਹੈ। ਤਾਂ ਇਹ ਸਾਰੇ ਕਿਸ ਦਾ ਚੱਕਰ ਲਗਾਉਂਦੇ ਨੇ, ਸੂਰਜ ਦਾ। ਕਾਰਨ ਕੀ ਹੈ, ਗੁਰਤਾ ਸ਼ਕਤੀ ਦੇ ਕਾਰਨ। ਕਲੀਅਰ, ਚਲੋ ਜੀ ਹੁਣ ਆਪਾਂ ਅੱਗੇ ਦੇਖ ਲੈਂਦੇ ਆ।